स्वागत करते हैं जी एक बार फिर आप सब का अज के रिलीजियस सैगमेंट अज के इस प्रोग्राम में मेरा साथ देंगे ज्ञानी स्वरण सिंह जी जोड़े कि पंथ के प्रसिद्ध कथावाचक और कीर्तनीय ने ये दुनिया भर में जाके प्रचार कर रहे हैं सिक्खी का। खास तौर पर इन्हों का फोकस होंदा है नौजवानों के बच्चों के उत्ते ताकि उन्होंने समझ आ सके कि जीवन जांच की है। अज का विषय जिसके बारे असीं गल करनी एक बड़ा इंटरस्टिंग टॉपिक है कि जीवन में बाउंडरीज़ की क्यों लोड़ होंदी है, एक मनुख नूं किहड़ी वो शक्ति है जिहड़ी सेध दिंदी है। ਅਤੇ ਇਸ ਦੇ ਬਾਰੇ ਅੱਜ ਆਓ ਚਾਨਣਾ ਲੈਂਦੇ ਹਾਂ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰ ਰਹੀ ਹੈ ਗਿਆਨੀ ਸਵਰਨ ਸਿੰਘ ਜੀ ਤੋਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗਿਆਨੀ ਜੀ ਅੱਜ ਸਾਨੂੰ ਵਿਸਥਾਰ ਵਿੱਚ ਦੱਸੋ ਕਿ ਮਨੁੱਖ ਨੂੰ ਕਿਉਂ ਲੋੜ ਹੈਗੀ ਹੈ ਬਾਉਂਡਰੀਜ਼ ਕ੍ਰੀਏਟ ਕਰਨ ਦੀ ਤੇ ਨਾਲ ਸੇਧ ਅਸੀਂ ਕਹਿੰਦੇ ਹਰ ਚੀਜ਼ ਦੀ ਸਾਨੂੰ ਡਾਇਰੈਕਸ਼ਨ ਜਿਹੜੀ ਹੈ ਉਹ ਗੁਰਬਾਣੀ ਤੋਂ ਮਿਲ ਸਕਦੀ ਹੈਗੀ ਹੈ, ਪਰ ਕਿਹੜੀ ਉਹ ਸ਼ਕਤੀ ਹੈ ਜਿਹੜੀ ਕਿ ਇੱਕ ਇਨਸਾਨ ਨੂੰ ਚਲਾਉਂਦੀ ਹੈਗੀ। ਜਦੋਂ ਅਸੀਂ ਸਾਰੀ ਸ੍ਰਿਸ਼ਟੀ ਦੀ ਰਚਨਾ ਦੇਖੀਏ ਜੀ ਤੇ ਇਹ ਕਿਸੇ ਨਾ ਕਿਸੇ ਕੰਟਰੋਲ 'ਚ ਹੈਗੀ ਆ। ਠੀਕ। ਤੇ ਕੋਈ ਦੁਨੀਆ ਦੇ ਉੱਤੇ ਐਸੀ ਕੋਈ ਸ਼ਕਤੀ ਕੁਦਰਤੀ ਨਹੀਂ ਜਿਹੜੀ ਕੰਟਰੋਲ ਤੋਂ ਬਾਹਰ ਹੋਵੇ। ਰਾਈਟ। ਜੇ ਕੰਟਰੋਲ ਵਿੱਚ ਨਾ ਹੋਵੇ ਤਾਂ ਇੰਨੇ ਤੂਫਾਨ ਹਨੇਰੀਆਂ ਚੱਲਦੀਆਂ ਜਿਹੜਾ ਮਨੁੱਖ ਕੰਟਰੋਲ ਨਹੀਂ ਕਰ ਸਕਦਾ, ਪਰ ਇਹ ਜਿਹੜੀ ਇੱਕ ਸ਼ਕਤੀ ਉਹਦੇ ਪਿੱਛੇ ਉਸ ਵੇਲੇ ਉਹਨੂੰ ਕਰ ਲੈਂਦੀ ਆ। ਠੀਕ। ਅੱਗ ਲੱਗਦੀ ਜੰਗਲ ਨੂੰ ਸਾਰੇ ਆਪਾਂ ਅੱਗ ਬੁਝਾਉਂਦੇ ਆ, ਜ਼ੋਰ ਲਾਹੜਦੇ ਤਾਂ ਵੀ ਬੁਝਦੀ ਨਹੀਂ, ਪਰ ਜਿਹੜੀ ਸ਼ਕਤੀ ਨੇ ਉਹ ਅੱਗ ਨੂੰ ਪੈਦਾ ਕੀਤਾ ਉਹ ਕਿਸੇ ਲੈਵਲ ਤੇ ਜਾ ਕੇ ਉਹਨੂੰ ਕੰਟਰੋਲ ਕਰ ਲੈਂਦੀ ਆ। ਠੀਕ। ਇਸੇ ਤਰੀਕੇ ਦੇ ਨਾਲ ਜੇ ਆਪਾਂ ਚੰਗੀ ਤਰ੍ਹਾਂ ਹੋਰ ਦੇਖੀਏ, ਸੂਰਜ ਜਿਹੜਾ ਚੜ੍ਹਦਾ ਹੈਗਾ ਡੁੱਬਦਾ ਹੈਗਾ, ਤੇ ਜੇ ਉਹ ਆਪਣੀ ਮਰਜ਼ੀ ਕਰ ਲਵੇ ਤਾਂ ਅੱਜ ਚੜ੍ਹੇ ਹੀ ਨਾ, ਉਹ ਵੀ ਕਿਸੇ ਕੰਟਰੋਲ ਵਿੱਚ ਹੈ। ਪਹਾੜ ਤੁਹਾਡੇ ਇਹਨਾਂ ਵਿੱਚ ਜਿਸ ਤਰ੍ਹਾਂ ਕਹਿ ਲਓ ਵੀ ਆਤਿਸ਼ਫਸ਼ਾਂ ਪਹਾੜ ਜਿਹੜੇ ਕਿ ਜਵਾਲਾਮੁਖੀ ਪਹਾੜ ਆ, ਜੇ ਉਹ ਆਊਟ ਆਫ ਕੰਟਰੋਲ ਹੀ ਹੋਏ ਰਹਿਣ, ਕਦੀ ਵੀ ਨਾ ਹਟਣ, ਤੇ ਉਹ ਵੀ ਤਬਾਹੀ ਕਰ ਸਕਦੇ ਆ। ਇਹਦਾ ਮਤਲਬ ਸਾਰੀ ਸ੍ਰਿਸ਼ਟੀ ਦੀ ਰਚਨਾ ਕਿਸੇ ਕੰਟਰੋਲ ਵਿੱਚ ਜਾਂ ਬਾਉਂਡਰੀ ਵਿੱਚ ਬੈਠੀ ਹੋਈ ਆ। ਹੁਣ ਆਪਾਂ ਚਲੋ ਇੱਕ ਬੜੀ ਸਿੰਪਲ ਜਿਹੀ ਗੱਲ ਆ ਕਿ ਇੱਕ ਬਿਜਲੀ ਘਰ ਹੈਗਾ, ਪਾਵਰ ਹਾਊਸ ਨੂੰ ਕਹਿੰਦੇ ਆ। ਹੁਣ ਪਾਵਰ ਹਾਊਸ ਦੇ ਵਿੱਚ 33,000 ਵੋਲਟ ਦੀ ਬਿਜਲੀ ਆ। ਠੀਕ। ਹੁਣ ਉਸ ਤੇ ਇਤਨੀ ਵੱਡੀ ਪਾਵਰਫੁਲ ਸ਼ਕਤੀ ਕੰਟਰੋਲ ਕੀਤੀ ਆ, ਜੇ ਉਹ ਕੰਟਰੋਲ ਉੱਤੇ ਨਾ ਹੋਵੇ ਤਾਂ ਤੁਹਾਨੂੰ ਪਤਾ ਉਹ ਤਬਾਹੀ ਕਰ ਸਕਦੀ ਆ। ਚਲੋ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਨਿਊਕਲੀਅਰ ਐਨਰਜੀ ਲੈ ਲੈਂਦੇ ਆ। ਨਿਊਕਲੀਅਰ ਐਨਰਜੀ ਜੇ ਥੋੜ੍ਹੀ ਬਹੁਤੀ ਵੀ ਲੀਕ ਹੋ ਜਾਏ ਨਾ ਤੇ ਉਹ ਲੱਖਾਂ ਲੋਕਾਂ ਦਾ ਨੁਕਸਾਨ ਕਰ ਸਕਦੀ ਆ। ਤੇ ਉਹਨੂੰ ਵੀ ਕਾਬੂ ਕਰਨ ਲਈ ਉਹਨਾਂ ਨੇ ਕੰਟਰੋਲ ਕੀਤਾ ਆ ਕਿਸੇ ਢੰਗ ਦੇ ਨਾਲ, ਤਾਂ ਕਿ ਇਹ ਸ਼ਕਤੀ ਕਿਤੇ ਕੰਟਰੋਲ ਤੋਂ ਬਾਹਰ ਨਾ ਹੋ ਜਾਏ। ਜੇ ਕੰਟਰੋਲ ਦੇ ਅੰਦਰ ਰੱਖਣਗੇ ਬੜੀ ਕੰਮ ਆਉਂਦੀ ਹੈ। ਰਾਈਟ। ਬਿਜਲੀ ਕੰਟਰੋਲ ਵਿੱਚ ਬੜੀ ਕੰਮ ਆਉਂਦੀ ਹੈ। ਧਰਤੀ ਤੇ ਆਕਾਸ਼ ਦੇ ਸਾਰੇ ਸਿਤਾਰੇ ਕੰਟਰੋਲ ਦੇ ਨਾਲ ਸਾਰੀ ਸ੍ਰਿਸ਼ਟੀ ਦੀ ਰਚਨਾ ਚੱਲ ਰਹੀ ਆ। ਜਦੋਂ ਅਸੀਂ ਸਾਰੀ ਸ੍ਰਿਸ਼ਟੀ ਦੀ ਰਚਨਾ ਨੂੰ ਕੰਟਰੋਲ ਵਿੱਚ ਦੇਖਦੇ ਹਾਂ ਜਾਂ ਕਿਸੇ ਬਾਉਂਡਰੀ ਵਿੱਚ ਦੇਖਦੇ ਹਾਂ, ਤੇ ਅਸੀਂ ਫਿਰ ਇਹ ਵੀ ਸਮਝਣਾ ਕਿ ਸੰਸਾਰ ਪੱਧਰ ਉੱਤੇ ਵੀ ਆਪਾਂ ਜਦੋਂ ਦੇਖੀਏ, ਦੇਖੋ ਹੁਣ ਆਪਣੇ ਹਵਾਈ ਜਹਾਜ਼ ਚੱਲਦੇ ਆ ਆਪਣੇ 에ਅਰਪੋਰਟ ਤੇ, ਚੜ੍ਹਦੇ ਆ ਉਤਰਦੇ ਆ, ਘੁੰਮਦੇ ਆ ਸਾਰੇ ਆਕਾਸ਼ ਵਿੱਚ, ਉੱਤੇ ਬਾਰੀ ਆਈ ਜਾਂਦੇ ਆ, ਦਿੱਤੇ ਜਾਂਦੇ, ਚੜ੍ਹਦੇ ਜਾਂਦੇ ਆ। ਲੇਕਿਨ ਜਦੋਂ ਉਹ ਚੜ੍ਹਦੇ ਆ ਕੁਝ ਖੜੇ ਵੀ ਰਹਿੰਦੇ ਆ, ਕੁਝ ਫਿਰ ਬਾਹਰ ਚੱਲਦੇ ਆ, ਉਡੀਕਦੇ ਆ ਕਿਸੇ ਨੂੰ। ਕਿਸ ਨੂੰ ਉਡੀਕਦੇ ਆ? ਆਰਡਰ ਨੂੰ ਉਡੀਕਦੇ ਆ। ਭਾਵ ਕਿ ਇੱਕ ਕੰਟਰੋਲਰ ਬੈਠਾ ਆ ਜਿਹੜਾ ਕਿ ਸਾਰੇ ਉਸ ਹਵਾਈ ਅੱਡੇ ਦੇ ਉੱਤੇ, ਏਅਰਪੋਰਟ ਦੇ ਉੱਤੇ ਉਹ ਸਾਰੇ ਜਹਾਜ਼ਾਂ ਨੂੰ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਕੰਟਰੋਲ ਕਰੀ ਬੈਠਾ ਹੈ। ਹੁਣ ਜੇ ਉਹ ਕੰਟਰੋਲਰ ਨਾ ਕੰਮ ਕਰੇ ਤਾਂ ਵੀ ਜਹਾਜ਼ਾਂ ਦਾ ਨੁਕਸਾਨ ਹੋ ਸਕਦਾ। ਜਾਂ ਜਹਾਜ਼ਾਂ ਵਾਲੇ ਪਾਇਲਟ ਜਿਹੜੇ ਆ ਉਹ ਕਿਸੇ ਵੇਲੇ ਅਵੇਸਰੇ ਹੁੰਦੇ ਆ, ਜਦੋਂ ਕਿਤੇ ਐਕਸੀਡੈਂਟ ਹੁੰਦਾ ਤੇ ਅਵੇਸਰੇ ਹੁੰਦੇ ਜਾਂ ਨੀਂਦ ਆ ਜਾਂਦੀ ਆ ਜਾਂ ਉਹ ਸੁਣਦੇ ਨਹੀਂ, ਤਾਂ ਉਸ ਵਕਤ ਫਿਰ ਉਹ ਵੀ ਕਈਆਂ ਲੋਕਾਂ ਦਾ ਉਹ ਨੁਕਸਾਨ ਕਰ ਸਕਦੇ ਆ। ਸੋ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਸੰਸਾਰ ਦੇ ਵਿੱਚ ਕੋਈ ਐਸੀ ਵਸਤੂ ਨਹੀਂ ਜਿਹੜੀ ਕੰਟਰੋਲ ਦੇ ਨਾਲ ਤੁਹਾਨੂੰ ਫਾਇਦਾ ਨਾ ਦਿੰਦੀ ਹੋਵੇ, ਤਾਂ ਕੋਈ ਐਸੀ ਵਸਤੂ ਨਹੀਂ ਜਿਹੜੀ ਕੰਟਰੋਲ ਤੋਂ ਬਾਹਰ ਹੋਵੇ ਤੇ ਉਹ ਫਿਰ ਤੁਹਾਨੂੰ ਕੋਈ ਫਾਇਦਾ ਦੇ ਸਕੇ, ਉਹਨੇ ਨੁਕਸਾਨ ਕਰਨਾ ਹੈ। ਹੁਣ ਜਿਹੜਾ ਸਭ ਤੋਂ ਜ਼ਿਆਦਾ ਭਾਈ ਸਾਹਿਬ ਖਤਰਨਾਕ ਸ਼ਕਤੀ ਹੈ ਨਾ, ਉਹ ਮਨੁੱਖ ਦੀ ਆਪਣੀ ਹੈ। ਕਿਉਂਕਿ ਨਿਊਕਲੀਅਰ ਐਨਰਜੀ ਮਨੁੱਖ ਨੇ ਬਣਾਈ ਹੈ। ਰਾਈਟ। ਇਹ ਬਿਜਲੀ ਵੀ ਮਨੁੱਖ ਨੇ ਬਣਾਈ ਹੈ, ਹਵਾਈ ਜਹਾਜ਼ ਵੀ ਮਨੁੱਖ ਨੇ ਬਣਾਇਆ। ਇਹਦਾ ਮਤਲਬ ਮਨੁੱਖ ਦੇ ਕੋਲ ਅਥਾਹ ਸ਼ਕਤੀ ਹੈ। ਜੇ ਕੁਦਰਤ ਇੰਨਾ ਕੁਝ ਬਣਾ ਰਹੀ ਆ ਤੇ ਮਨੁੱਖ ਨੂੰ ਵੀ ਰੱਬ ਨੇ ਇੰਨੀ ਵੱਡੀ ਸ਼ਕਤੀ ਦਿੱਤੀ, ਇਹ ਸੰਸਾਰ ਦੇ ਵਿੱਚ ਬਹੁਤ ਇੱਕ ਅਦਭੁਤ ਚੀਜ਼ਾਂ ਨੂੰ ਪੈਦਾ ਕਰ ਸਕਦਾ। ਰਾਈਟ। ਲੇਕਿਨ ਪੈਦਾ ਤੇ ਕਰ ਸਕਦਾ, ਲੇਕਿਨ ਉਹਨਾਂ ਪੈਦਾ ਕਰਨ ਤੋਂ ਬਾਅਦ ਇਸੇ ਮਨੁੱਖ ਨੂੰ ਕੁਦਰਤ ਨੇ ਜਾਂ ਵਿਗਿਆਨ ਨੇ ਸਮਝਾਇਆ ਕਿ ਇਹਨਾਂ ਨੂੰ ਕੰਟਰੋਲ ਵੀ ਰੱਖਣਾ। ਠੀਕ। ਔਰ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਤਰੀਕੇ ਵਰਤੇ ਹੈਗੇ ਆ, ਪਰ ਹਰ ਵਿਗਿਆਨੀਆਂ ਨੇ ਤਰੀਕੇ ਦੱਸੇ ਆ। ਜੀ। ਹੁਣ ਜੇ ਆਪਾਂ ਮਨੁੱਖ ਦੀ ਆਪਣੀ ਸ਼ਕਤੀ ਲਈਏ ਤੇ ਇਹ ਸ਼ਕਤੀ ਜਿਹੜੀ ਹੈ ਨਾ, ਇਹਦਾ ਕੋਈ ਪਾਰਾਵਾਰ ਨਹੀਂ। ਠੀਕ। ਮਨੁੱਖ ਦੀ ਆਪਣੀ ਅੰਦਰੂਨੀ ਸ਼ਕਤੀ ਜਿਹੜੀ ਹੈਗੀ ਆ, ਹੈ ਤਕਰੀਬਨ ਮਨੁੱਖ ਵੀ ਰੱਬੀ ਸ਼ਕਤੀਆਂ ਦਾ ਮਾਲਕ ਹੀ ਆ। ਬਿਲਕੁਲ। ਲੇਕਿਨ ਜਿਸ ਤਰ੍ਹਾਂ ਰੱਬ ਅਕਾਲ ਪੁਰਖ ਵਾਹਿਗੁਰੂ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕੰਟਰੋਲ ਵਿੱਚ ਕਰਦਾ, ਇਸੇ ਤਰੀਕੇ ਨਾਲ ਮਨੁੱਖ ਨੂੰ ਵੀ ਆਪਣੀਆਂ ਸ਼ਕਤੀਆਂ ਦਾ
ਪ੍ਰਯੋਗ ਜਿਹੜਾ ਹੈਗਾ Control 'ਚ ਕਰਨਾ ਉਹ ਕੰਟਰੋਲ ਦੇ ਅੰਦਰ ਕਰਨੇ ਚਾਹੀਦੇ ਆ। ਚਾਹੀਦਾ ਹੈ ਲੇਕਿਨ ਕਰਦਾ ਨਹੀਂ। ਹਾਂ, ਫਿਰ ਮਨੁੱਖ ਦੇ ਵਾਸਤੇ ਆਪਣਾ ਜੀਵਨ ਵੀ ਸਵਰਗ ਹੀ ਹੈ ਠੀਕ ਤੇ ਹੋਰਨਾਂ ਵਾਸਤੇ ਵੀ ਇੱਕ ਰੋਲ ਮਾਡਲ ਬਣ ਕੇ ਸਵਰਗ ਪੈਦਾ ਕਰ ਸਕਦਾ ਹੈ। ਠੀਕ ਪਰ ਮਨੁੱਖ ਦੇ ਅੰਦਰ ਇੱਕ ਐਸੀ ਚੀਜ਼ ਪ੍ਰੋਬਲਮ ਹੈਗੀ ਆ, ਉਹਨੂੰ ਕੀ ਕਹਿੰਦੇ ਆ, ਆਪ ਖੁਦਰਾਪਣ, ਅਵਾਰਾਗਰਦੀ। ਮਨੁੱਖ ਦਾ ਮਨ ਅਵਾਰਾਗਰਦੀ ਕਰਨ ਵਿੱਚ ਬੜਾ ਸ਼ਕਤੀਸ਼ਾਲੀ ਹੈਗਾ। ਹੁਣ ਅਵਾਰਾਗਰਦੀ ਕਰਨ ਵਾਲਾ ਮਨੁੱਖ, ਤੁਸੀਂ ਇੱਕ ਸਿੰਪਲ ਜੀ ਗੱਲ ਲਾ ਲਓ, ਤੁਹਾਡਾ ਬੱਚਾ ਕੋਈ ਵੀ ਤੁਹਾਡਾ ਸਵੇਰ ਨੂੰ ਅਵਾਰਾਗਰਦੀ ਕਰਕੇ ਆ ਜਾਂਦਾ, ਬਟ ਹੀ ਵਿਲ ਗੇਨ ਨਥਿੰਗ ਐਂਡ ਹੀ ਵਿਲ ਲੂਜ਼ ਐਵਰੀਥਿੰਗ। ਇਸੇ ਤਰੀਕੇ ਨਾਲ ਜੇ ਤੁਸੀਂ ਇੱਕ ਕਾਰ ਹੈਗੀ ਆ, ਤੁਸੀਂ ਕਿਸੇ ਕੰਟਰੋਲ ਵਿੱਚ ਨਾ ਲੈ ਕੇ ਤੁਰੋ ਤੇ ਉਹ ਇੱਕ ਕਿਸਮ ਦਾ ਤੁਹਾਡੇ ਸੜਕ ਦੇ ਉੱਤੇ ਫੈਸਲਾ ਪੂਰਾ ਕਰਨ ਦੀ ਬਜਾਏ ਉਹ ਤੁਹਾਡਾ ਨੁਕਸਾਨ ਕਰ ਸਕਦੀ ਹੈ। ਠੀਕ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਧਰਮ ਹੈਗਾ, ਰਿਲੀਜਨ ਦੇ ਭਾਵੇਂ ਮੈਂ ਕਈ ਉਹਦੇ ਡੈਫੀਨੇਸ਼ਨਾਂ ਦੱਸੀਆਂ ਨੇ, ਇੱਕ ਡੈਫੀਨੇਸ਼ਨ ਹੈਗੀ ਹੈ ਕਿ ਰਿਲੀਜਨ ਇਜ਼ ਆਲਸੋ ਅ ਬਾਉਂਡਰੀ ਠੀਕ ਫॉर द ह्यूमन माइंड टू रन his family in a peaceful way, in a blissful way, under the control of the religious education and guidance. ਓਕੇ। ਸੋ ਇਸ ਕਰਕੇ ਜਿਹੜਾ ਧਰਮ ਹੈ ਇਹ ਸਾਨੂੰ ਦੱਸਦਾ ਹੈ ਕਿ ਇਹ ਮਨੁੱਖ ਤੇਰੇ ਅੰਦਰ ਗਾਈਡਲਾਈਨਸ ਜੇ ਤੂੰ ਧਰਮ ਦੀਆਂ ਲੈ ਲਵੇਂ, ਕਿਉਂਕਿ ਧਰਮ ਇੱਕ ਗਾਈਡਲਾਈਨਸ ਹੀ ਹੈ ਨਾ, ਜੀ ਜੀ, ਇਹਨਾਂ ਨੂੰ ਤੂੰ ਗ੍ਰਹਿਣ ਕਰ ਲਵੇਂ, ਗ੍ਰਹਿਣ ਕਰਕੇ ਇਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਵੇਂ ਤੇ ਤੈਨੂੰ ਪਤਾ ਲੱਗੇਗਾ ਕਿ ਮੇਰੇ ਅੰਦਰ ਦਾ ਇੱਕ ਗਿਆਨ ਹੈ ਠੀਕ ਜਿਹੜਾ ਮੇਰੇ ਹਰ ਜਜ਼ਬੇ ਨੂੰ ਕੰਟਰੋਲ 'ਚ ਰੱਖਦਾ, ਠੀਕ ਹੈ, ਔਰ ਉਹਨੂੰ ਸੰਭਲ ਕੇ ਉਸ ਸ਼ਕਤੀ ਨੂੰ ਰੱਖਦਾ। ਕਹਿੰਦੇ ਸ਼ਕਤੀ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਨਾ ਦੱਸਣਾ ਬਿਲਕੁਲ ਇਹ ਸ਼ਕਤੀ ਹੈ, ਬਿਲਕੁਲ ਵੱਡੀ ਸ਼ਕਤੀ ਆ। ਐਬਸੋਲੂਟਲੀ ਮਾਣ ਹੁੰਦਿਆਂ ਹੋਇਆਂ ਵੀ ਨਿਮਾਣੇ ਰਹਿਣਾ ਇਹ ਇੱਕ ਟੈਕਨੀਕ ਵਾ ਜਿਹਨੂੰ ਧਰਮ ਦੀ ਟੈਕਨੀਕ ਕਹਿ ਸਕਦੇ ਆ। ਠੀਕ। ਅਮੀਰ ਹੁੰਦਿਆਂ ਹੋਇਆਂ ਵੀ ਆਪਣੇ ਅੰਦਰ ਗਰੀਬੀ ਰੱਖਣੀ, ਰਾਈਟ, ਇਹ ਵੀ ਇੱਕ ਬਹੁਤ ਵੱਡੀ ਸ਼ਕਤੀ ਆ ਜਿਹੜੀ ਤੁਹਾਨੂੰ ਕੰਟਰੋਲ ਕਰ ਸਕਦੀ ਹੈ। ਠੀਕ। ਇਸੇ ਤਰੀਕੇ ਨਾਲ ਕਾਮ ਵਾਸ਼ਨਾ ਹੁੰਦਿਆਂ ਹੋਇਆਂ ਵੀ ਇੱਕ ਧੀਆਂ ਭੈਣਾਂ ਦੀ ਇੱਜ਼ਤ ਰੱਖਣੀ, ਇਹ ਵੀ ਇੱਕ ਬੜੀ ਵੱਡੀ ਸ਼ਕਤੀ ਆ ਜਿਹੜੀ ਕਿ ਬੰਦੇ ਨੂੰ ਕੰਟਰੋਲ ਕਰ ਸਕਦੀ ਆ। ਇਸੇ ਤਰੀਕੇ ਨਾਲ ਮੋਹ, ਬੱਚਿਆਂ ਦੇ ਨਾਲ ਬੱਚਿਆਂ ਨੂੰ ਪੈਦਾਇਸ਼ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦੀ ਪਾਲਣਾ ਪੋਸ਼ਣਾ ਕਰਨੀ, ਉਹ ਮੋਹ ਦੇ ਰਾਹੀਂ ਇੱਕ ਸ਼ਕਤੀ ਹੈ। ਪਰ ਉਹ ਮੋਹ ਜੇ ਆਊਟ ਆਫ ਕੰਟਰੋਲ ਹੋ ਜਾਏ ਤੇ ਉਹ ਪਾਲਣਾ ਪੋਸ਼ਣਾ ਜਿਹੜੀ ਹੈ ਉਹ ਬੱਚਿਆਂ ਦੀ ਬਰਬਾਦ ਵੀ ਕਰ ਸਕਦੀ ਹੈ। ਠੀਕ। ਇਸੇ ਤਰੀਕੇ ਨਾਲ ਹੰਕਾਰ ਜਿਹੜਾ ਹੈ, ਹੰਕਾਰ ਬੰਦੇ ਦੇ ਅੰਦਰ ਸਵੈਮਾਨ ਹੁੰਦਿਆਂ ਹੋਇਆਂ ਵੀ ਬੰਦਾ ਨੂੰ ਕੰਟਰੋਲ 'ਚ ਰੱਖੇ ਤੇ ਉਹ ਮਨੁੱਖ ਜਿਹੜਾ ਇੱਕ ਅਣਖ ਵਾਲਾ ਤੇ ਗੈਰਤ ਵਾਲਾ ਔਰ ਇੱਜ਼ਤਦਾਰ ਬਣ ਸਕਦਾ ਹੈਗਾ। ਸੋ ਇਸ ਕਰਕੇ ਦੇਖੋ ਕਿੰਨੇ ਸੋਹਣੀਆਂ ਗੱਲਾਂ ਆ, ਉਹੋ ਹੀ ਚੀਜ਼ਾਂ ਨੇ, ਉਹਨਾਂ ਨੂੰ ਵਰਤਣ ਦਾ ਢੰਗ ਜਿਹੜਾ ਹੈ ਜੇ ਤੁਹਾਨੂੰ ਨਹੀਂ ਆਉਂਦਾ ਤੇ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਅਕਾਲ ਪੁਰਖ ਨੇ ਸਾਨੂੰ 5 ਸ਼ਕਤੀਆਂ ਦਿੱਤੀਆਂ ਆ, ਇਹਨਾਂ ਨੂੰ ਚਾਹੇ ਬੰਦੇ ਨੇ ਗਲਤ ਇਸਤੇਮਾਲ ਕਰਕੇ ਵਿਸ਼ੇ ਵਿਕਾਰ ਬਣਾ ਲਿਆ, ਪਰ ਇਹ 5 ਸ਼ਕਤੀਆਂ ਆ ਔਰ ਇਹਦੇ 5 ਸ਼ਕਤੀਆਂ ਨੂੰ ਵੀ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਆ। ਕਿਉਂਕਿ ਕੋਈ ਐਸਾ ਜੀਵ ਨਹੀਂ ਜਿਹਨੂੰ 5 ਸ਼ਕਤੀਆਂ ਨਹੀਂ ਚਾਹੀਦੀਆਂ। ਪਰ ਇਹਨਾਂ 5 ਸ਼ਕਤੀਆਂ ਨੂੰ ਮੈਂ ਫਿਰ ਬੇਨਤੀ ਕਰਾਂ, ਸਾਨੂੰ ਬਾਉਂਡਰੀ ਵਿੱਚ ਰੱਖਣਾ ਪਏਗਾ, ਸਾਨੂੰ ਕੰਟਰੋਲ ਵਿੱਚ ਰੱਖਣਾ ਪਏਗਾ। ਜੇ ਅਸੀਂ ਉਹਨਾਂ ਨੂੰ ਬਾਉਂਡਰੀ 'ਚ ਨਹੀਂ ਰੱਖਦੇ, ਕੰਟਰੋਲ ਵਿੱਚ ਨਹੀਂ ਰੱਖਦੇ, ਤਾਂ ਫਿਰ ਸਾਡਾ ਲਾਭ ਦੀ ਬਜਾਏ ਸਾਡਾ ਨੁਕਸਾਨ ਹੋ ਜਾਂਦਾ ਹੈ। ਤੇ ਅਸੀਂ ਹੁਣ ਦੇਖਣਾ ਹੈ ਕਿ ਸਾਡੇ ਅੰਦਰ ਕਿਹੜੀ ਸ਼ਕਤੀ ਆ ਜਿਹੜੀ ਸਾਨੂੰ ਇਸ ਪਾਸੇ ਸਹੀ ਰਸਤੇ ਤੇ ਲਿਆਉਣ ਲਈ ਉਹ ਮਨੁੱਖ ਨੂੰ ਸੇਧ ਦੇ ਸਕਦੀ ਹੈ। ਹੁਣ ਉਹ ਸ਼ਕਤੀ ਮਨੁੱਖ ਨੇ ਪਾਲਣੀ ਹੈ। ਉਹ ਸ਼ਕਤੀ ਕਿੱਥੋਂ ਲੱਭੋਗੇ ਤੁਸੀਂ? ਜੀ, ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਧਰਮ ਦਾ ਗਿਆਨ ਪੜ੍ਹਨਾ ਪਏਗਾ ਔਰ ਉਹ ਸ਼ਕਤੀ ਤੁਹਾਡੇ ਅੰਦਰ ਹੈ, ਠੀਕ ਹੈ, ਬਾਹਰ ਨਹੀਂ। ਪਰ ਉਹ ਅਗਿਆਨਤਾ ਦੇ ਕਾਰਨ ਕਰਕੇ ਤੁਹਾਨੂੰ ਉਹ ਸ਼ਕਤੀ ਦਾ ਪਤਾ ਨਹੀਂ ਲੱਗੇਗਾ। ਲੋਕ ਆਪਾਂ ਸਿੱਧੀ ਗੱਲ ਕਰਦੇ ਆ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਵਿੱਚ ਲਿਖਿਆ ਇੱਕ ਬੜੀ ਸੁੰਦਰ ਗੱਲ, ਮਨੁੱਖ ਨੂੰ ਰੋਜ਼ ਅਸੀਂ ਪੜ੍ਹਦੇ ਆ ਪਰ ਕੋਈ ਟਿਕਦਾ ਉਸ ਗੱਲ ਦੇ ਉੱਤੇ। ਉਹ ਕਹਿੰਦੇ ਨੇ, ਸੁਣੋ ਲੋਕੋ, ਜੇਕਰ ਸੂਤਕ ਮੰਨੀਏ ਸਭ ਤਾਂ ਸੂਤਕ ਹੋਏ। ਜੇ ਅਸੀਂ ਸੂਤਕ ਪਾਤਕ ਨੂੰ ਵਹਿਮ ਦੇ ਤੌਰ ਤੇ ਮੰਨਦੇ ਆ ਤਾਂ ਕੋਈ ਐਸਾ ਥਾਂ ਨਹੀਂ ਜਿੱਥੇ ਸੂਤਕ ਪਾਤਕ ਨਹੀਂ, ਬਿਕਾਜ਼ ਬਰਥ ਐਂਡ ਡੈਥ ਐਵਰੀਵੇਅਰ ਹੈਪਨਸ। ਔਰ ਜੇ ਆਪਾਂ ਬਾਡੀ ਨੂੰ ਵੀ ਲੈ ਲਈਏ, ਬਾਡੀ ਵਿੱਚ ਸਾਡੇ ਹਰ ਘੜੀ, ਹਰ ਪਲ, ਹਰ ਸੈਕਿੰਡ, ਹਰ ਮੂਮੈਂਟ ਵਿੱਚ ਸਾਡੇ ਸੈੱਲ ਜੰਮਦੇ ਆ, ਮਰਦੇ ਨੇ, ਸੈੱਲ ਵੱਧਦੇ ਆ, ਸੈੱਲ ਮਰਦੇ ਆ। ਮਤਲਬ ਬਰਥ ਗਰੋਥ ਐਂਡ ਡੈਥ ਐਵਰੀ ਟਾਈਮ ਇਟ ਹੈਪਨਸ। ਹੁਣ ਗੁਰੂ ਜੀ ਮਿਸਾਲ ਦਿੰਦੇ ਨੇ, ਜੇਕਰ ਸੂਤਕ ਮੰਨੀਏ ਸਭ ਤਾਂ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ,
ਸੂਤਕ ਕਿਉਂ ਕਾ ਰਖੀਏ ਸੂਤਕ ਪਵੇ ਰਖੋਏ ਨਾਨਕ ਸੂਤਕ ਏਵ ਨਾ ਉਤਰੇ ਵਹਿਮ ਗਿਆਨ ਉਤਾਰੇ ਤੋਏ। ਠੀਕ। ਭਾਵ ਕਿ ਸਤਿਗੁਰੂ ਜੀ ਨੇ ਕਿਹਾ ਕਿ ਜਿੰਨਾ ਚਿਰ ਮਨੁੱਖ ਨੂੰ ਗਿਆਨ ਨਹੀਂ ਤਾਂ ਸੂਤਕ ਵਰਗਾ ਵਹਿਮ ਲੋਕੀ ਪ੍ਰੈਕਟਿਸ ਕਰੀ ਜਾਣਗੇ ਔਰ ਹੱਲ ਵੀ ਕਰੀ ਜਾਂਦੇ। ਐਬਸੋਲੂਟਲੀ ਜੀ, ਕਿ ਗਿਆਨ ਦੀ ਜਿਹੜੀ ਮਹੱਤਤਾ ਹੈ ਉਹ ਗੁਰਬਾਣੀ ਸਾਨੂੰ ਉਪਦੇਸ਼ ਕਰਦੀ, ਪਰ ਅਸੀਂ ਸਮਝ ਨਹੀਂ ਸਕ ਰਹੇ ਤੇ ਉਸ ਨੂੰ ਕਿਵੇਂ ਭਾਲਣਾ ਹੈ, ਇਸ ਦੇ ਬਾਰੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਾਣਕਾਰੀ ਲੈਣੇ। ਠੀਕ ਹੈ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866790884 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਗਿਆਨੀ ਸਵਰਨ ਸਿੰਘ ਜੀ ਸਾਡੇ ਨਾਲ ਬ੍ਰੇਕ ਤੋਂ ਪਹਿਲਾਂ ਸੂਤਕ ਤੇ ਪਾਤਕ ਦੇ ਸੰਬੰਧ ਵਿੱਚ ਗੱਲਬਾਤ ਕਰ ਰਹੇ ਸੀ ਤੇ ਗਿਆਨ ਦਾ ਇਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਗਿਆਨ ਨਾਲ ਹਰ ਚੀਜ਼ ਜੋ ਹੈ ਉਸ ਦਾ ਆਨਸਰ ਸਾਨੂੰ ਮਿਲ ਸਕਦਾ ਹੈ ਤੇ ਇਹ ਸਾਰੀ ਚੀਜ਼ਾਂ ਤੋਂ ਅਸੀਂ ਬਾਹਰ ਨਿਕਲ ਸਕਦੇ ਹਾਂ। ਪਰ ਅਫਸੋਸ ਕਿ ਵਹਿਮ ਭਰਮ ਦੇ ਉੱਤੇ ਅੱਜ ਅਸੀਂ ਸਾਡੇ ਤੇ ਭਾਰੂ ਹੋ ਗਏ ਤੇ ਗਿਆਨ ਨੂੰ ਅਸੀਂ ਪਛਾੜ ਦਿੱਤਾ। ਬਹਰਹਾਲ ਆਓ ਹੋਰ ਜਾਣਕਾਰੀ ਲੈਂਦੇ ਹਾਂ ਗਿਆਨੀ ਜੀ ਤੋਂ ਕਿ ਗੁਰੂ ਸਾਹਿਬ ਜੋ ਸਾਨੂੰ ਉਪਦੇਸ਼ ਕਰ ਰਹੇ ਨੇ ਉਸ ਸ਼ਕਤੀ ਦਾ ਜ਼ਿਕਰ ਜਿਹੜਾ ਇਹਨਾਂ ਨੇ ਕਰ ਰਹੇ ਨੇ, ਕਿਵੇਂ ਅਸੀਂ ਆਪਣੇ ਅੰਦਰੋਂ ਉਹ ਸ਼ਕਤੀ ਨੂੰ ਲੱਭਣਾ ਹੈ। ਜੀ ਗਿਆਨੀ ਜੀ। ਦੇਖੋ, ਮੈਂ ਬੇਨਤੀ ਕਰਦਾ ਸੀ ਕਿ ਅਗਿਆਨਤਾ ਕਰਕੇ ਹੀ ਮਨੁੱਖ ਕੁਕਰਮ ਕਰਦਾ ਹੈ। ਠੀਕ। ਔਰ ਜਿਤਨੇ ਵੀ ਸੰਸਾਰ ਦੇ ਵਿੱਚ ਜੁਰਮ ਹੁੰਦੇ ਨੇ ਉਹਦਾ ਮਨੁੱਖ ਨੂੰ ਅਖੀਰ ਤੱਕ ਕੋਈ ਲਾਭ ਨਹੀਂ ਹੁੰਦਾ। ਠੀਕ ਹੈ। ਲੇਕਿਨ ਇਸ ਦੇ ਬਾਵਜੂਦ ਵੀ ਮਨੁੱਖ ਸਦੀਆਂ ਤੋਂ ਜੁਰਮ ਕਰਦਾ ਆ ਰਿਹਾ ਔਰ ਹਾਲੇ ਵੀ ਕਰੀ ਜਾਂਦੇ ਨੇ ਔਰ ਪੜ੍ਹੇ ਲਿਖੇ ਜੁਰਮ ਜ਼ਿਆਦਾ ਕਰਦੇ ਨੇ। ਠੀਕ। ਮਿਸਾਲ ਦੇ ਉੱਤੇ ਕਤਲ ਦੇ ਜੁਰਮ ਜਿਹੜੇ ਨਾ ਅੱਜ ਕੱਲ੍ਹ ਪੜ੍ਹੇ ਲਿਖੇ ਵੀ ਜ਼ਿਆਦਾ ਕਰਦੇ ਨੇ ਔਰ ਚੋਰੀ ਦਾ ਕੰਮ ਪੜ੍ਹੇ ਲਿਖੇ ਜ਼ਿਆਦਾ ਕਰਦੇ ਨੇ। ਰਾਈਟ। ਔਰ ਫਿਰ ਦੇਖੋ, ਡਾਕੇ ਮਾਰਨੇ, ਬੇਈਮਾਨੀ ਕਰਨੀ, ਹੇਰਾਫੇਰੀ ਕਰਨੀ, ਸੈਕਸ਼ੂਅਲ ਅਬਿਊਜ਼ ਕਰਨਾ, ਹੁਣ ਕੰਪਿਊਟਰ ਬਣ ਗਿਆ, ਇਹਦੇ ਉੱਤੇ ਵੀ ਅੱਗੇ ਨਾਲੋਂ ਜ਼ਿਆਦਾ ਜਰਾਇਮ ਗੱਲ ਕੀ ਹੋਣ ਲੱਗ ਪਏ ਨੇ ਜੀ। ਹੋਰ ਇਹਦਾ ਕਾਰਨ ਕੀ ਹੈ? ਭਾਵੇਂ ਆਪਾਂ ਜੋ ਮਰਜ਼ੀ ਕਹੀ ਜਾਈਏ, ਇਹਦਾ ਮੇਨ ਕਾਰਨ ਜਿਹੜਾ ਗੁਰਮਤਿ ਕਹਿੰਦਾ ਉਹ ਅਗਿਆਨਤਾ ਹੈ। ਠੀਕ। ਤੇ ਅਗਿਆਨਤਾ ਦੇ ਵਸ ਹੋ ਕੇ ਮਨੁੱਖ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਦਾ ਜੀ। ਤੇ ਜਦੋਂ ਤੱਕ ਮਨੁੱਖ ਨੂੰ ਇਹ ਪਤਾ ਨਹੀਂ ਲੱਗਦਾ ਮੈਂ ਕੀ ਕਰਦਾ, ਉਤਨੀ ਹੀ ਦੇਰ ਤੱਕ ਇਹ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ ਆਪਣੇ ਜੀਵਨ ਦੀ ਆਪ ਖੁਦ ਬਰਬਾਦੀ ਕਰ ਲੈਂਦਾ। ਠੀਕ। ਆਪਾਂ ਇੱਕ ਗੱਲ ਹੋਰ ਸੋਚਦੇ ਆ, ਗੁਰੂ ਜੀ ਨੇ ਕਿਹਾ ਕਿ ਸਭ ਤੋਂ ਵੱਡਾ ਜਿਹੜਾ ਸੂਤਕ ਹੈ ਉਹਦਾ ਵੀ ਉਹਨਾਂ ਨੇ ਬੜੇ ਸੋਹਣੇ ਦਾ ਇੱਕ ਪਾਸੇ ਖੰਡਨ ਕੀਤਾ, ਇੱਕ ਪਾਸੇ ਮੰਡਨ ਕੀਤਾ। ਕਹਿੰਦੇ ਸੁਣਿਓ ਲੋਕੋ ਧਿਆਨ ਨਾਲ, ਮਨ ਕਾ ਸੂਤਕ ਲੋਭ ਹੈ ਜਿਸ 'ਚ ਅਸੀਂ ਸਾਰੇ ਫਸੇ ਹੋਏ ਹਾਂ। ਠੀਕ। ਬਿਲਕੁਲ। ਅਸੀਂ ਉਹ ਸੂਤਕ ਤਾਂ ਮੈਂ ਛੱਡ ਦੇਵਾਂਗੇ, ਲੇਕਿਨ ਮਨ ਦਾ ਸੂਤਕ ਜਿਹੜਾ ਲੋਭ ਹੈ ਉਹਨੂੰ ਅਸੀਂ ਛੱਡਣ ਨੂੰ ਤਿਆਰ ਤੇ ਜਦ ਤੱਕ ਭਾਈ ਸਾਹਿਬ ਗਿਆਨ ਨਹੀਂ ਹੁੰਦਾ। ਇਹ ਵੀ ਸਭ ਕੁਝ ਅਗਿਆਨਤਾ ਵਿੱਚ ਹੀ ਆ, ਕਿਉਂਕਿ ਗਿਆਨ ਉਤਾਰੇ ਤੋਏ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ। ਠੀਕ। ਸਤਿਗੁਰੂ ਜੀ ਕਹਿੰਦੇ ਅਗਿਆਨਤਾ ਵਸ ਹੋ ਕੇ ਮਨੁੱਖ ਆਪਣੀ ਜ਼ੁਬਾਨ ਦੇ ਨਾਲ ਸਦੀਆਂ ਤੋਂ ਝੂਠ ਬੋਲੀ ਜਾ ਰਿਹਾ ਜੀ ਔਰ ਬੋਲੀ ਜਾਂਦਾ ਔਰ ਬੋਲੀ ਜਾਵੇਗਾ, ਕਿਉਂਕਿ ਇਹ ਅਗਿਆਨਤਾ ਦੇ ਹਨੇਰੇ ਵਿੱਚ ਬੰਦਾ ਝੂਠ ਬੋਲਦਾ। ਹੁਣ ਝੂਠ ਬੋਲਣਾ ਕੋਈ ਅੰਤ ਸਾਨੂੰ ਫਾਇਦਾ ਨਹੀਂ ਹੁੰਦਾ, ਨੁਕਸਾਨ ਹੁੰਦਾ। ਅੱਛਾ, ਹਰ ਬੰਦੇ ਨੂੰ ਪਤਾ ਕਿ ਝੂਠ ਬੋਲਣਾ ਪਾਪ ਹੈ, ਲੇਕਿਨ ਝੂਠ ਬੋਲਣਾ ਲੋਕਾਂ ਦੀ ਬਿਜ਼ਨਸ ਹੈ। ਠੀਕ। ਔਰ ਇਹਨੂੰ ਬਿਜ਼ਨਸ ਦੇ ਤੌਰ ਦੇ ਉੱਤੇ ਲੋਕੀ ਝੂਠ ਦੇ ਨਾਲ ਆਪਣੇ ਬਹੁਤ ਕੁਝ ਗਲਤ ਚੀਜ਼ਾਂ ਮਟੀਰੀਅਲਿਸਟ ਲਾਈਫ ਦੇ ਵਿੱਚ ਬੜਾ ਕੁਝ ਬਣਾਉਂਦਾ। ਠੀਕ। ਅੱਛਾ, ਦੂਜੀ ਗੱਲ ਹੈ ਕਿ ਉਹ ਕਹਿੰਦੇ ਨੇ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੈ ਪਰਤਾਂ ਰੂਪ। ਵੇਖੋ, ਅੱਜ ਮੈਂ ਸਾਰੀ ਸੰਗਤ ਨੂੰ ਕਹਿੰਦਾ ਕਿ ਜਿਤਨੀਆਂ ਵੀ ਬਿਮਾਰੀਆਂ ਅੱਜ ਤੱਕ ਮਨੁੱਖ ਨੇ ਖੋਜ ਕੀਤੀਆਂ ਉਹਨਾਂ ਦੀਆਂ ਜੜ੍ਹਾਂ ਤੱਕ ਪਹੁੰਚੇ। ਠੀਕ। ਜੜ੍ਹਾਂ ਤੱਕ ਪਹੁੰਚਣ ਦੇ ਬਾਵਜੂਦ ਵੀ ਅੱਜ ਡਾਕਟਰ ਪੂਰੀ ਤਰ੍ਹਾਂ ਦਾਅਵੇ ਨਾਲ ਨਹੀਂ ਕਹਿ ਸਕਿਆ ਕਿ ਮੈਂ ਤੁਹਾਨੂੰ ਪੂਰੀ ਸਿਹਤ ਦੇਵਾਂਗਾ। ਠੀਕ। ਔਰ ਡਾਕਟਰ ਦਵਾਈਆਂ ਦੇ ਸਕਦੇ ਆ ਲੇਕਿਨ ਸਿਹਤ ਨਹੀਂ ਤੁਹਾਨੂੰ ਦੇ ਸਕਦੇ। ਬਿਲਕੁਲ। ਸਿਹਤ ਜਿਹੜੀ ਡਾਕਟਰ ਦੇ ਵਸ ਵਿੱਚ ਨਹੀਂ ਹੈ। ਕਿਉਂ ਭਲਾ? ਇਸ ਕਰਕੇ ਕਿ ਡਾਕਟਰ ਉਸ ਜੜ ਤੱਕ ਨਹੀਂ ਪਹੁੰਚਿਆ। ਜਦੋਂ ਤੱਕ ਉਹਨੂੰ ਉਸ ਜੜ ਦਾ ਪਤਾ ਹੀ ਨਹੀਂ, ਉਹਨੂੰ ਉਹ ਪੜ੍ਹਾਇਆ ਹੀ ਨਹੀਂ। ਉਹਨੂੰ ਇਹ ਪਤਾ ਕਿ ਜਦ ਬਿਮਾਰੀ ਕੋਈ ਹੋ ਗਈ ਤੇ ਉਸ ਨੂੰ ਤੂੰ ਇਲਾਜ ਕਰਨ ਵਾਸਤੇ ਸੋਚ, ਲੇਕਿਨ ਜੜ ਤੱਕ ਤੈਨੂੰ ਜਾਣ ਦੀ ਲੋੜ ਨਹੀਂ। ਹੁਣ ਜੜ ਜਿਹੜੀ ਲੱਭੀ ਅੱਜ ਤੱਕ ਮੈਡੀਕਲ ਫੀਲਡ ਵਿੱਚ ਜੀ, ਉਹ ਜੜ ਤਕਰੀਬਨ ਹੁਣ ਵਰਲਡ ਲੈਵਲ ਤੇ ਹੌਲੀ ਹੌਲੀ ਫੇਲ ਹੋ ਰਹੀ ਹੈ, ਕਿਉਂਕਿ ਹੁਣ ਬਿਮਾਰੀਆਂ ਦਾ ਕਾਰਨ ਹੋਮੋਪੈਥੀ ਨੇ ਕਿਹਾ ਮਨ ਹੈ। ਠੀਕ। ਲੇਕਿਨ ਮਨ ਮੈਸੇਜ ਕਿੱਥੋਂ ਲੈਂਦਾ? ਇਹ ਵੀ ਇੱਕ ਦੇਖਣਾ ਹੈਗਾ। ਮਨ ਮੈਸੇਜ ਲੈਂਦਾ ਪੰਜਾਂ ਇੰਦਰੀਆਂ ਕੋਲੋਂ। ਠੀਕ।
ਤੇ ਜਦੋਂ ਮਨ ਮੈਸੇਜ ਪੰਜਾਂ ਇੰਦਰੀਆਂ ਕੋਲੋਂ ਲੈਂਦਾ ਤੇ ਉਸ ਵੇਲੇ ਅਨੇਕਾਂ ਬਿਮਾਰੀਆਂ ਦਾ ਕਾਰਨ ਸਾਡੀਆਂ 5 ਇੰਦਰੀਆਂ ਬਣ ਜਾਂਦੀਆਂ। ਠੀਕ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਜ਼ਬਾਨ ਦੇ ਨਾਲ ਕਿੰਨਿਆਂ ਲੋਕਾਂ ਨੂੰ ਜ਼ਿੰਦਗੀ 'ਚ ਗਾਲਾਂ ਕੱਢੀਆਂ, ਬੁਰਾ ਭਲਾ ਕਿੰਨਾ ਕਿਹਾ, ਕਿੰਨਿਆਂ ਲੋਕਾਂ ਦੀ ਨਿੰਦਿਆ ਕੀਤੀ। ਡਿਊ ਟੂ ਥੈਟ ਤੁਹਾਡੇ ਮਨ ਦੇ ਵਿੱਚ ਹਰ ਤੁਹਾਡਾ ਜ਼ਬਾਨ ਦੇ ਨਾਲ ਕ੍ਰੀਏਟ ਕੀਤਾ ਹੋਇਆ ਖਿਆਲ ਤੁਹਾਡੇ ਅੰਦਰ ਉਹ ਮਨ ਵਿੱਚ ਬੈਠ ਜਾਏਗਾ। ਅੱਖਾਂ ਦੇ ਰਾਹੀਂ ਧਨ ਦੇਖਣਾ, ਈਰਖਾ ਕਰਨੀ, ਅੱਖਾਂ ਦੇ ਰਾਹੀਂ ਪਰਾਇਆ ਤਨ ਦੇਖਣਾ, ਜਿਹਦੇ ਨਾਲ ਤੁਸੀਂ ਆਪ ਸੋਚੋ ਕਰੋੜਾਂਪਤੀ, ਇਸ ਵੇਲੇ ਅਰਬਾਂਪਤੀ ਇਸ ਅੱਖਾਂ ਦੇ ਰੋਗ ਤੋਂ ਨਹੀਂ ਬਚ ਸਕੇ। ਬਿਲਕੁਲ। ਔਰ ਉਹ ਸਾਡੇ ਆਮ ਲੋਕਾਂ ਨਾਲੋਂ ਜ਼ਿਆਦਾ ਖਤਰਨਾਕ ਅਵਸਥਾ ਵਿੱਚ ਲੰਘ ਰਹੇ ਆ। ਕਿਉਂਕਿ ਜੇ ਤੁਸੀਂ ਆਪਣੀਆਂ ਅੱਖਾਂ ਨੂੰ ਗਲਤ ਇਸਤੇਮਾਲ ਕਰਕੇ ਕੀਤਾ, ਉਹਦੇ ਨਾਲ ਕੀ ਹੋਏਗਾ, ਤੁਹਾਡੇ ਮਨ ਵਿੱਚ ਇੱਕ ਐਂਗਜ਼ਾਇਟੀ ਪੈਦਾ ਹੋਏਗੀ ਜੀ, ਇੱਕ ਤੁਹਾਡੇ ਮਨ ਵਿੱਚ ਸਟ੍ਰੈਸ ਪੈਦਾ ਹੋ ਜਾਏਗੀ, ਇੱਕ ਤੁਹਾਡੇ ਮਨ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਜਾਏਗਾ, ਜਿਹਦੇ ਨਾਲ ਤੁਸੀਂ ਆਪਣੇ ਟੱਬਰ ਦਾ ਵੀ ਨੁਕਸਾਨ ਕਰ ਜਾਓਗੇ, ਜਿਹਦੇ ਤੇ ਤੁਸੀਂ ਅੱਖ ਰੱਖਦੇ ਹੋ ਉਸ ਟੱਬਰ ਦਾ ਵੀ ਨੁਕਸਾਨ ਕਰ ਜਾਓਗੇ। ਔਰ ਇਹ ਔਰਤਾਂ ਵੀ ਕਰ ਸਕਦੀਆਂ, ਇਹ ਮਰਦ ਵੀ ਕਰ ਸਕਦੇ ਆ। ਔਰ ਇਹ ਇੱਕ ਬਿਮਾਰੀ ਦਾ ਇੱਕ ਬੇਸ ਕਾਰਨ ਬਣ ਜਾਂਦਾ ਹੈ ਕਿ ਮਨ ਦੇ ਉੱਤੇ ਇਫੈਕਟ ਪੈਣਾ। ਅੱਛਾ, ਇਸੇ ਤਰੀਕੇ ਨਾਲ ਤੁਸੀਂ ਲੈ ਲਓ ਕੰਨਾਂ ਦੇ ਰਾਹੀਂ। ਕੰਨਾਂ ਦੇ ਰਾਹੀਂ ਅੱਜ ਜੋ ਕੁਝ ਮਨੁੱਖ ਸੁਣਦਾ ਹੈ ਔਰ ਉਸ ਸੁਣਨ ਦੇ ਨਾਲ ਮਨੁੱਖਾਂ ਦੇ ਮਨ ਕਈ ਤਰੀਕੇ ਦੇ ਰੋਗਾਂ ਵਿੱਚ ਫਸ ਰਹੇ ਆ। ਠੀਕ। ਕਿਉਂਕਿ ਮਨ ਜਿਹੜਾ ਜਦੋਂ ਕੰਨਾਂ ਰਾਹੀਂ ਕੋਈ ਸੰਗੀਤ ਸੁਣਦਾ, ਜੇ ਤੇ ਸੰਗੀਤ ਹੈਗਾ ਆ ਜਿਹਨੂੰ ਆਪਾਂ ਕਹਿ ਸਕਦੇ ਆ ਉਹੋ ਜਿਹਾ ਗੰਦਾ ਸੰਗੀਤ ਕਹਿ ਲਓ, ਜਿਹਨੂੰ ਅਸੀਂ ਸੰਗੀਤ ਨੂੰ ਕਹਿ ਸਕਦੇ ਜਿਹੜਾ ਕਾਮ ਵਾਸ਼ਨਾ ਨੂੰ ਉਤੇਜਿਤ ਕਰਦਾ ਹੈ, ਉਹਦੇ ਨਾਲ ਕੀ ਹੋਗਾ, ਤੁਹਾਡਾ ਮਨ ਭਟਕਣਾ ਸ਼ੁਰੂ ਹੋ ਜਾਏਗਾ। ਜਦੋਂ ਮਨ ਭਟਕਣਾ ਸ਼ੁਰੂ ਹੋ ਗਿਆ ਭਾਈ ਸਾਹਿਬ, ਉਹ ਹੈ ਤਾਂ ਜੋ ਕੁਝ ਬਗੈਰ ਗਿਆਨ ਤੋਂ, ਤੇ ਉਹ ਫਿਰ ਟੇਕੇ ਨਹੀਂ ਬੈਠੇਗਾ। ਉਹ ਜਦੋਂ ਟੇਕੇ ਨਹੀਂ ਬੈਠੇਗਾ ਤਾਂ ਅਨੇਕਾਂ ਰੋਗਾਂ ਦਾ ਉਹ ਕਾਰਨ ਬਣ ਸਕਦਾ ਹੈ। ਔਰ ਇਸੇ ਤਰੀਕੇ ਦੇ ਨਾਲ ਸਾਡੇ ਨੱਕ ਰਾਹੀਂ ਸਾਨੂੰ ਵਾਸ਼ਨਾ ਮਿਲਦੀ ਹੈ, ਉਹਦੇ ਵਿੱਚ ਵੀ ਅਸੀਂ ਕਈ ਰੋਗਾਂ ਦੇ ਅਸੀਂ ਕਾਬੂ ਵਿੱਚ ਆ ਜਾਂਦੇ ਆ। ਸਰੀਰ ਦਾ ਵੀ ਇੱਦਾਂ, ਭਾਵ ਕਿ 5 ਇੰਦਰੀਆਂ ਦਾ ਅੱਜ ਡਾਕਟਰ ਜਿਹੜੇ ਨੇ ਵਲਾਇਤ ਵਿੱਚ ਜਾਂ ਯੂਰਪ ਦੇ ਵਿੱਚ ਨਵੀਂ ਖੋਜ ਕੱਢ ਰਹੇ ਆ ਕਿ ਮਨੁੱਖ ਨੂੰ ਜਦੋਂ ਉਹ ਇੰਟਰਵਿਊ ਤੇ ਲਿਆਉਂਦੇ ਨਾ, ਉਹਦਾ ਦੇਖਦੇ ਆ, ਇਹਦਾ ਰਵੱਈਆ ਕਿਹੋ ਜਿਹਾ, ਇਹਦੀ ਜ਼ੁਬਾਨ ਕਿੱਦਾਂ ਚੱਲਦੀ ਹੈ, ਇਹਦੇ ਕੰਨਾਂ ਵਾਲਾ ਕਿੱਦਾਂ ਧਿਆਨ ਦਿੰਦਾ ਹੈ, ਇਹ ਨੱਕ ਰਾਹੀਂ, ਅੱਖਾਂ ਰਾਹੀਂ, ਉਹ ਸਾਰੀ ਹਿਸਟਰੀ ਪੜ੍ਹ ਕੇ ਤੇ ਉਹਦਾ ਫਿਰ ਇਲਾਜ ਬਿਮਾਰੀ ਦਾ ਨਹੀਂ ਕਰਦੇ, ਮੁੱਢ ਦਾ ਕਰਦੇ ਆ। ਫਿਰ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਿੰਨਾ ਇੱਕ ਮਨੁੱਖ ਚੰਗਾ ਭਲਾ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਭਾਵ ਕਹਿੰਦਾ ਗੁਰੂ ਜੀ ਨੇ ਕਿਹਾ ਕਿ ਦੇਖੋ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਹਿ ਪਰਤਾ ਨੂੰ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਸਭੋ ਸੂਤਕ ਭਰਮ ਹੈ। ਭਰਮ ਕੀ ਹੈ? ਅੰਧੇਰਾ। ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ। ਦੂਜੇ ਲੱਗੇ ਜਾਏ ਦਾ ਮਤਲਬ ਇਹ ਹੈ ਕਿ ਆਪਣੇ ਅਸਲੀ ਰਸਤੇ ਨੂੰ ਛੱਡ ਕੇ ਗਲਤ ਰਸਤੇ ਤੁਰ ਪੈਣਾ। ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ, ਦੇ ਤੋਂ ਰਿਜ਼ਕ ਸਮਾਹੇ। ਇੱਥੇ ਥੋੜੇ ਜਿਹੇ ਲੋਕੀ ਸਾਡੇ ਗਲਤ ਫਹਿਮੀ ਚ ਪੈ ਜਾਂਦੇ ਨੇ ਕਿ ਸਤਿਗੁਰੂ ਨੇ ਲਿਖਿਆ ਖਾਣਾ ਪੀਣਾ ਪਵਿੱਤਰ, ਜੋ ਮਰਜ਼ੀ ਖਾਈ ਜਾਓ। ਨਹੀਂ ਨਹੀਂ, ਇਹਦਾ ਅਰਥ ਇਹ ਨਹੀਂ ਹੈਗਾ। ਉਹ ਕੰਨ ਖੋਲ ਕੇ ਸੁਣ ਲੈਣ। ਉਹਦਾ ਅਰਥ ਹੈ ਕਿ ਜਦੋਂ ਕੋਈ ਮਰਦਾ ਸੀ, ਜਦੋਂ ਕੋਈ ਜੰਮਦਾ ਸੀ, ਉਹਦੇ ਘਰ ਦਾ ਕੋਈ ਖਾਂਦੇ ਨਹੀਂ ਸੀਗੇ। ਠੀਕ। ਕਿ ਇਹ ਸੂਤਕ ਵਿੱਚ ਆ। ਜਦੋਂ ਕਿਸੇ ਘਰ 'ਚ ਮੌਤ ਹੋ ਜਾਂਦੀ ਸੀ, ਉੱਥੇ ਰੋਟੀ ਨਹੀਂ ਸੀ ਪਕਾਉਂਦੇ, ਨਾ ਘਰ ਦੇ ਰੋਟੀ ਖਾਂਦੇ ਸੀ ਜਦ ਤੱਕ ਉਹਦਾ ਸੰਸਕਾਰ ਨਹੀਂ ਸੀ ਹੁੰਦਾ। ਠੀਕ ਹੈ। ਸਤਿਗੁਰੂ ਜੀ ਨੇ ਇਹ ਵਹਿਮ ਕੱਢਿਆ। ਉਹ ਕਹਿੰਦੇ ਨਹੀਂ 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 ਨਹੀਂ, ਤੁਸੀਂ ਕਿੱਦਾਂ ਜਨਮ ਬਰਥ ਤੇ ਡੈਥ ਤੋਂ ਕਿੱਦਾਂ ਬਚ ਸਕਦੇ ਆ? ਤੁਹਾਡੇ ਘਰ ਗੋਹਾ ਵੀ ਹੈਗਾ, ਸਭ ਕੁਝ ਤੁਹਾਡੇ ਕੋਲ, ਲੱਕੜੀ ਵੀ ਹੈਗੀ ਆ, ਤੁਹਾਡੇ ਕੋਲ ਖਾਣੇ ਵੀ ਆ, ਦਾਣੇ ਵੀ ਹੈਗੇ ਆ, ਤੁਹਾਡੇ ਕੋਲ ਪਾਣੀ ਵੀ ਹੈਗਾ। ਇਸ ਕਰਕੇ ਤੁਹਾਡੇ ਤਾਂ ਹਰ ਵਕਤ ਜੰਮਣ ਮਰਨ ਹੁੰਦਾ, ਫਿਰ ਤੁਸੀਂ ਖਾਇਆ ਨਾ ਕਰੋ। ਉਹ ਕਹਿੰਦੇ ਨਹੀਂ, ਇਹ ਖਾਣਾ ਪੀਣਾ ਜਿਹੜਾ ਨਾ ਇਹ ਪਵਿੱਤਰ ਹੈ, ਇਹ ਰੱਬ ਨੇ ਰਿਜ਼ਕ ਦਿੱਤਾ। ਦਿੱਤੋ ਰਿਜ਼ਕ ਸਮਾਏ, ਇਹ ਨਹੀਂ ਵੀ ਤੁਹਾਨੂੰ ਮੁਰਗਾ ਤੇ ਸ਼ਰਾਬ ਦਿੱਤੀ ਆ। ਦਿੱਤੋ ਰਿਜ਼ਕ ਨਾਨਕ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਸਮਝਾਉਂਦੇ ਨੇ ਕਿ ਜਦ ਤੱਕ ਅਗਿਆਨਤਾ ਦਾ ਹਨੇਰਾ ਮਨੁੱਖ ਦੇ ਅੰਦਰੋਂ ਦੂਰ ਨਹੀਂ ਹੁੰਦਾ, ਉਨੇ ਚਿਰ ਤੱਕ ਇਹ ਸੱਚੇ ਸੁੱਚੇ ਮਾਰਗ ਤੇ ਨਹੀਂ ਚੱਲਦਾ। ਹੁਣ ਉਹਦੇ ਬਾਅਦ ਚੱਲਣ ਵਾਸਤੇ ਲਓ ਆਪਾਂ ਇੱਕ ਹੋਰ ਛੋਟੀ ਜਿਹੀ ਗੱਲ ਸਮਝਦੇ ਹੈਗੇ। ਵੇਖੋ ਅੱਜ ਮਨੁੱਖ ਨੂੰ ਪਤਾ ਹੈ ਕਿ ਮੇਰੀ ਚਾਦਰ ਐਡੀ ਆ, ਲੇਕਿਨ ਚਾਦਰ ਤੋਂ ਜ਼ਿਆਦਾ ਪੈਰ ਪਸਾਰਨੇ। ਜੀ। ਕਿਉਂ ਪਸਾਰਦਾ? ਠੀਕ। ਅਗਿਆਨਤਾ। ਜੇ ਗਿਆਨ ਹੋਵੇ ਤੇ ਉਹ ਫਿਰ ਚਾਦਰ ਦੇ ਮੁਤਾਬਕ ਹੀ ਆਪਣੇ ਪੈਰ ਪਸਾਰੇਗਾ। ਜੇ ਗਿਆਨ ਹੋਵੇ
ਤੇ ਉਹ ਨਿਮਰਤਾ ਵਿੱਚ ਰਹੇਗਾ। ਜੇ ਉਹਨੂੰ ਗਿਆਨ ਹੋਵੇਗਾ ਉਹ ਲਾਲਚੀ ਨਹੀਂ ਹੋਵੇਗਾ, ਬਲਕਿ ਉਹ ਦਾਨੀ ਹੋ ਜਾਏਗਾ। ਠੀਕ। ਜੇ ਗਿਆਨ ਹੋਵੇਗਾ ਤੇ ਉਹ ਅਪਵਿੱਤਰ ਨਹੀਂ ਰੱਖੇਗਾ, ਆਪਣੇ ਮਨ ਨੂੰ ਪਵਿੱਤਰ ਕਰ ਲਏਗਾ। ਜੇ ਉਹ ਗਿਆਨੀ ਹੋਵੇਗਾ ਤੇ ਝੂਠ ਦੇ ਲਾਗੇ ਨਹੀਂ ਜਾਏਗਾ, ਸੱਚ ਬੋਲੇਗਾ। ਜੇ ਗਿਆਨੀ ਹੋਵੇਗਾ ਦਇਆਵਾਨ ਹੋ ਜਾਏਗਾ। ਸੋ ਇਸ ਕਰਕੇ ਸਾਰੀਆਂ ਬਿਮਾਰੀਆਂ ਦੀ ਜੜ ਉਹ ਅਗਿਆਨਤਾ ਹੈ। ਤੇ ਇਸ ਤਰ੍ਹਾਂ ਆਪਾਂ ਸ਼ੁਰੂ ਕੀਤਾ ਸੀ ਕਿ ਗਾਈਡੈਂਸ ਸਾਨੂੰ ਗਿਆਨ ਤੋਂ ਹੁੰਦਾ, ਗਿਆਨ ਸਿੱਖ ਨੂੰ ਗੁਰਬਾਣੀ ਤੋਂ ਮਿਲਣਾ। ਗੁਰਬਾਣੀ ਦੇ ਗਿਆਨ ਤੋਂ ਬਾਅਦ ਮਨੁੱਖ ਦਾ ਜ਼ਿੰਦਗੀ ਦਾ ਮਕਸਦ ਕੀ ਹੈ, ਮਨੁੱਖ ਨੇ ਰੱਬ ਦੇ ਵਿੱਚ ਮਰਜ ਹੋਣਾ। ਹੁਣ ਆਪਾਂ ਇਹ ਵੀ ਦੇਖਣਾ ਕਿ ਉਸ ਰੱਬ ਨੂੰ ਮਰਜ ਕਰਨ ਵਾਸਤੇ ਸਾਡੇ ਕੋਲ ਕਿਹੜਾ ਸੋਰਸ ਹੈਗਾ ਜਿਹੜਾ ਵਾਹਿਗੁਰੂ ਦੇ ਨਾਲ ਮਰਜ ਹੋਵੇਗਾ। ਬਿਲਕੁਲ ਸਹੀ ਫਰਮਾਇਆ ਜੀ ਕਿ ਕਿਵੇਂ ਅਸੀਂ ਮਰਜ ਹੋਣਾ ਹੈ, ਕਿਉਂਕਿ ਮੁੱਖ ਮਕਸਦ ਤਾਂ ਇਹ ਕਿ ਇਹ ਸਰੀਰ ਆ ਮੇਰੇ ਆ, ਇਸ ਜਗ में आके क्या तुद कर्म कमाया, क्योंकि जब पहुँच ਤਾਂ ਸਾਡੀ ਉਸ ਪਰਮ ਆਤਮਾ ਤੱਕ ਹੈਗੀ ਹੈ। ਆਤਮਾ ਨੇ ਪਰਮਾਤਮਾ ਨਾਲ ਲੀਨ ਹੋਣਾ ਹੈ। ਇਹ ਗੁਰਬਾਣੀ ਇਸ ਬਾਰੇ ਕੀ ਉਪਦੇਸ਼ ਕਰਦੀ ਹੈ, ਇਸ ਬਾਰੇ ਅਗਲੇ ਹਫਤੇ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਅੱਜ ਜੋ ਜਿਸ ਵਿਸ਼ੇ 'ਤੇ ਅਸੀਂ ਗੱਲਬਾਤ ਕੀਤੀ ਹੈਗੀ ਹੈ, ਇੱਕ ਬੜਾ ਇੱਕ ਈਜ਼ੀ ਟੌਪਿਕ ਹੈਗਾ, ਲੇਕਿਨ ਬਹੁਤ ਹੀ ਮੁਸ਼ਕਿਲ ਟੌਪਿਕ ਹੈਗਾ, ਕਿਉਂਕਿ ਜਾਣਦੇ ਹੋਏ ਵੀ ਅਸੀਂ ਇਹ ਚੀਜ਼ਾਂ ਦੇ ਉੱਤੇ ਚੱਲਦੇ ਨਹੀਂ ਹੈਗੇ ਆ। ਕਿਸ ਨੂੰ ਨਹੀਂ ਪਤਾ ਕਿ ਸਾਡੇ ਆਲੇ ਦੁਆਲੇ ਇੱਕ ਵਾਰਡ ਦੀ ਲੋੜ ਹੈਗੀ ਹੈ ਅਤੇ ਇਹ ਬਾਉਂਡਰੀ ਦੀ ਇਸ ਕਰਕੇ ਜ਼ਰੂਰਤ ਹੈ। ਕੋਈ ਵੀ ਅਸੀਂ ਕੰਮ ਕਰਨੇ ਆ ਇੱਕ ਡਿਸਪਲਿਨ ਅਸੀਂ ਕਾਇਮ ਕਰਦੇ ਹਾਂ, ਕਿਉਂਕਿ ਉਸ ਨਾਲ ਹੀ ਅਸੀਂ ਸਹੀ ਰਸਤੇ 'ਤੇ ਤੁਰ ਸਕਦੇ ਹਾਂ। ਪਰ ਅੱਜ ਅਸੀਂ ਅਗਿਆਨਤਾ ਦੇ ਵਸ ਹੋ ਕੇ ਉਹ ਚੀਜ਼ਾਂ ਕਰ ਰਹੇ ਹਾਂ ਜਿਹੜੀ ਕਿ ਗੁਰਬਾਣੀ ਸਾਨੂੰ ਵਰਜਿਤ ਕਰਦੀ ਹੈ, ਅਤੇ ਫਿਰ ਵੀ ਅਸੀਂ ਆਪਣੇ ਨੂੰ ਧਰਮੀ ਅਖਵਾਉਂਦੇ ਹਾਂ। ਇਸ ਸੀਰੀਜ਼ ਵਿੱਚ ਹੋਰ ਜਿਹੜੇ ਇੰਟਰਸਟਿੰਗ ਟੌਪਿਕਸ ਨੇ ਉਸ ਵਿੱਚ ਤੁਹਾਨੂੰ ਸ਼ਾਮਿਲ ਕਰਾਂਗੇ। ਫੀਡਬੈਕ ਜ਼ਰੂਰ ਦੇਣਾ 604 603 7555 ਜਾਂ ਫਿਰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਤੇ ਗਿਆਨੀ ਜੀ ਨਾਲ ਵੀ ਤੁਸੀਂ ਸੰਪਰਕ ਕਰਨਾ ਹੋਏ ਤਾਂ ਸਾਨੂੰ ਫੋਨ ਕਰਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇਹ ਸਾਰੇ ਹੀ ਪ੍ਰੋਗਰਾਮਸ ਪਹਿਲਾਂ ਵੀ ਜਿਹੜੇ ਇਹਨਾਂ ਨੇ ਇੱਥੇ ਆ ਕੇ ਕੀਤੇ ਨੇ youtube.com/ਹਰਪ੍ਰੀਤ ਸਿੰਘ ਸ਼ੋਅ 'ਤੇ ਜਾ ਕੇ ਦੇਖ ਸਕਦੇ ਹੋ। ਉਸ ਦੇ ਨਾਲ ਹੀ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਉਣਾ, ਤਾਂ ਕਿ ਜਿਹੜੇ ਸਾਡੇ ਵਿਦਵਾਨ ਆਉਂਦੇ ਨੇ ਉਹਨਾਂ ਤੋਂ ਉਸ ਦਾ ਜਵਾਬ ਲੈ ਕੇ ਵਾਪਸ ਅਸੀਂ ਆ ਸਕਿਆ ਕਰੀਏ। ਇੱਥੇ ਹੀ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।